ਹੈਲੋ ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿਆਰੀ ਕਰਨ ਜਾ ਰਹੇ ਹਾਂ ਈਡੀਟੀ ਕੈਡਰ ਪੇਪਰ ਸੈਕੰਡ ਦੀ, ਜਿਹਦੇ ਵਿੱਚ ਆਪਣਾ ਤੀਜਾ ਪਾਰਟ ਜਿਹੜਾ ਤੁਹਾਨੂੰ ਦਿੱਤਾ ਹੋਇਆ ਤੁਹਾਡੇ ਸਿਲੇਬਸ ਦਾ ਨਾਗਰਿਕ ਸ਼ਾਸਤਰ, ਜਿਹਦੇ ਵਿੱਚ ਆਪਣੇ ਟੌਪਿਕ ਕੀ ਦਿੱਤੇ ਹੋਏ ਨੇ। ਪਹਿਲਾ ਟੌਪਿਕ ਹੈ ਆਪਣਾ ਲੋਕਤੰਤਰ ਦਾ ਅਰਥ ਅਤੇ ਮਹੱਤਵ। ਦੂਜਾ ਟੌਪਿਕ ਦਿੱਤਾ ਹੋਇਆ ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਕਰਤੱਵ। ਤੀਜਾ ਟੌਪਿਕ ਆਪਣਾ ਦਿੱਤਾ ਹੋਇਆ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਚੌਥਾ ਟੌਪਿਕ ਆਪਣਾ ਹੈ ਕੇਂਦਰ ਸਰਕਾਰ। ਆਪਣਾ ਚੌਥਾ ਟੌਪਿਕ ਹੈ ਕੇਂਦਰ ਸਰਕਾਰ। ਫਿਰ ਪੰਜਵਾਂ ਟੌਪਿਕ ਹੈ ਰਾਜ ਸਰਕਾਰ। ਆਪਾਂ ਇੱਥੇ ਰਾਜ ਸਰਕਾਰ ਬਾਰੇ ਪੜਾਂਗੇ। ਫਿਰ ਆਪਣਾ ਛੇਵਾਂ ਟੌਪਿਕ ਹੈਗਾ ਭਾਰਤੀ ਲੋਕਤੰਤਰ ਦਾ ਸਰੂਪ, ਵੀ ਭਾਰਤੀ ਲੋਕਤੰਤਰ ਕਿਹੋ ਜਿਹਾ, ਇਹਦੇ ਬਾਰੇ ਆਪਾਂ ਪੜਾਂਗੇ। ਫਿਰ ਆਪਣਾ ਸੱਤਵਾਂ ਟੌਪਿਕ ਹੈ ਭਾਰਤ ਦੀ ਵਿਦੇਸ਼ ਨੀਤੀ। ਭਾਰਤ ਦੀ ਵਿਦੇਸ਼ ਨੀਤੀ ਦੇ ਉੱਤੇ ਇੱਕ ਪੂਰੀ ਬੁੱਕ ਪਈ ਹੈ ਮੇਰੇ ਕੋਲ, MA ਦੀ ਹੈ ਉਹਦੇ ਵਿੱਚੋਂ ਆਪਾਂ ਤਿਆਰੀ ਕਰਾਂਗੇ। ਤਾਂ ਅੱਜ ਦਾ ਆਪਾਂ ਟੌਪਿਕ ਸ਼ੁਰੂ ਕਰਨਾ ਜਿਹੜਾ ਉਹ ਹੈਗਾ ਨਾਗਰਿਕ ਸ਼ਾਸਤਰ ਦਾ ਆਪਣਾ ਲੋਕਤੰਤਰ ਦਾ ਅਰਥ ਅਤੇ ਮਹੱਤਵ। ਇਹ ਜੋ ਲੋਕਤੰਤਰ ਦਾ ਇਹਦੇ ਵਿੱਚ ਆਪਾਂ ਅਰਥ ਸਮਝਾਂਗੇ ਕੀ ਹੈ ਅਤੇ ਇਹਦੇ ਮਹੱਤਵ ਬਾਰੇ ਜਾਣਾਂਗੇ। ਤੇ ਸ਼ੁਰੂ ਕਰਦੇ ਹਾਂ ਆਪਣਾ ਲੋਕਤੰਤਰ ਦਾ ਅਰਥ ਅਤੇ ਮਹੱਤਵ। ਜਲਦੀ ਲਾਈਕ ਸ਼ੇਅਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਯਾਰ। ਚੈਨਲ ਸਬਸਕ੍ਰਾਈਬ ਕਰ ਲੈਣਾ ਜੇ ETT ਕੈਡਰ ਦੀ ਤੁਸੀਂ ਤਿਆਰੀ ਕਰਨੀ ਹੈ ਸੈਕ ਪੇਪਰ 2 ਦੀ। ਤੇ ਤੁਹਾਡਾ ਇਹ ਸਿਲੇਬਸ ਹੈ ਆਪਾਂ ਪੂਰਾ ਕਵਰ ਕਰਾਂਗੇ ਨਾਗਰਿਕ ਸ਼ਾਸਤਰ ਦਾ। ਇਸ ਤੋਂ ਬਾਅਦ ਅੱਗੇ ਨੈਕਸਟ ਸਬਜੈਕਟ ਵੀ ਚੂਜ਼ ਕਰਾਂਗੇ ਕਿਹੜੇ ਦੀ ਆਪਾਂ ਤਿਆਰੀ ਕਰੀਏ, ਪਰ ਹੋਏਗਾ ETT ਦੇ ਲਈ। ਬਾਕੀ ਇਕੱਲਾ ਇਹ ETT ਦੇ ਲਈ ਨਹੀਂ ਹੈ, ਬਾਕੀ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਵੀ ਇਹ ਲਾਹੇਵੰਦ ਆ। तो शुरू करते हैं आप लोकतंत्र का अर्थ विशेषतावां ਅਤੇ किस्मां। ਇਹ ਲੋਕਤੰਤਰ ਦਾ ਅਰਥ ਕੀ ਹੈ, ਇਹਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਲੋਕਤੰਤਰ ਦੀਆਂ, ਤੇ ਇਹਦੀਆਂ ਕਿਸਮਾਂ ਕਿੰਨੀਆਂ ਨੇ। ਤਾਂ ਸ਼ੁਰੂ ਕਰਦੇ ਹਾਂ ਆਪਣਾ ਲੋਕਤੰਤਰ ਵਰਤਮਾਨ ਯੁੱਗ ਵਿੱਚ ਸਭ ਤੋਂ ਵੱਧ ਹਰਮਨ ਪਿਆਰੀ ਸ਼ਾਸਨ ਪ੍ਰਣਾਲੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਵੇਖਦੇ ਹਾਂ ਕਿ ਇਹ ਲੋਕਤੰਤਰ ਸਭ ਤੋਂ ਵੱਧ ਹਰਮਨ ਪਿਆਰੀ ਸ਼ਾਸਨ ਪ੍ਰਣਾਲੀ ਹੈ, ਕਿਉਂਕਿ ਇਹਦੇ ਵਿੱਚ ਲੋਕਾਂ ਦੇ ਰਾਹੀਂ ਹੀ ਸ਼ਾਸਨ ਕੀਤਾ ਜਾਂਦਾ ਅਤੇ ਲੋਕਾਂ ਦੇ ਵੱਲੋਂ ਚੁਣੀ ਗਈ ਹੀ ਸਰਕਾਰ ਸ਼ਾਸਨ ਕਰਦੀ ਹੈ। ਲੋਕ ਆਪਣੇ ਪ੍ਰਤੀਨਿਧੀ ਚੁਣਦੇ ਆ ਅਤੇ ਉਹੀ ਦੇਸ਼ ਦਾ ਪ੍ਰਸ਼ਾਸਨ ਚਲਾਉਂਦੇ ਹੈ। ਅਤੇ ਅੱਜ ਦੇ ਸੰਸਾਰ ਦੀ ਕੁੱਲ ਆਬਾਦੀ, ਜੋ ਅੱਜ ਸੰਸਾਰ ਦੀ ਜੋ ਕੁੱਲ ਆਬਾਦੀ ਹੈ ਉਹ 3/4 ਹਿੱਸਾ, ਸੰਸਾਰ ਦੀ ਕੁੱਲ ਆਬਾਦੀ ਦਾ 3/4 ਹਿੱਸਾ ਇਸ ਪ੍ਰਣਾਲੀ ਦੇ ਅਧੀਨ ਆਉਂਦਾ ਹੈ। ਲੋਕਤੰਤਰੀ ਪ੍ਰਣਾਲੀ ਦੇ ਅਧੀਨ ਆਉਂਦਾ। ਸੰਸਾਰ ਦਾ ਕਿੰਨਾ ਭਾਗ ਆਉਂਦਾ, ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਕਿ ਲੋਕਤੰਤਰ ਦਾ ਲਗਭਗ ਕਿੰਨਾ, ਸੰਸਾਰ ਦਾ ਲਗਭਗ ਕਿੰਨਾ ਭਾਗ ਲੋਕਤੰਤਰ ਦੇ ਅਧੀਨ ਆਉਂਦਾ, ਤਾਂ ਇਹ ਆਉਂਦਾ 3/4 ਹਿੱਸਾ ਲੋਕਤੰਤਰੀ ਪ੍ਰਣਾਲੀ ਦੇ ਅਧੀਨ ਆਉਂਦਾ ਹੈ। ਬਾਕੀ ਜਿਹੜਾ 1/4 ਹੈ ਉਹ ਕਿਤੇ ਤਾਨਾਸ਼ਾਹੀ ਸਰਕਾਰ ਹੁੰਦੀ ਹੈ, ਜਿਵੇਂ ਚੀਨ ਵਰਗੇ ਦੇਸ਼ਾਂ ਦੀ, ਤਾਂ ਇੱਦਾਂ ਦੇ ਉੱਥੇ ਪ੍ਰਸ਼ਾਸਨ ਚੱਲਦੇ ਆ। ਤੇ ਸੰਸਾਰ ਦਾ 3/4 ਹਿੱਸਾ ਜੋ ਹੈ ਲੋਕਤੰਤਰ ਦੇ ਅਧੀਨ ਆਉਂਦਾ ਹੈ। ਹਰ ਰਾਜ ਅਤੇ ਹਰ ਵਿਅਕਤੀ ਆਪਣੇ ਆਪ ਨੂੰ ਲੋਕਤੰਤਰੀ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ। ਆਪਣੇ ਆਪ ਨੂੰ ਲੋਕਤੰਤਰੀ ਕਹਿਣ ਵਿੱਚ ਮਾਣ ਮਹਿਸੂਸ ਕਿਉਂ ਕਰਦੇ ਆ, ਕਿਉਂਕਿ ਲੋਕ ਆਪਣੇ ਰਾਜ ਦੇ ਮੁਖੀ ਨੂੰ ਖੁਦ ਚੁਣਦੇ ਆ। ਉਹ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਦੇਸ਼ ਦਾ ਪ੍ਰਸ਼ਾਸਨ ਖੁਦ ਚਲਾਉਂਦੇ ਆ। ਤਾਂ ਕਾਰਲ ਫੈਡਰਿਕ ਦੇ ਸ਼ਬਦਾਂ ਦੇ ਵਿੱਚ ਕਹੀਏ, ਕਾਰਲ ਫੈਡਰਿਕ ਨੇ ਕੀ ਕਿਹਾ, ਆਓ ਪੜ੍ਹ ਲੈਂਦੇ ਆਪਾਂ ਇਹਨੂੰ। ਲੋਕਤੰਤਰ 20ਵੀਂ ਸਦੀ ਦਾ ਇੱਕ ਜੰਗੀ ਨਾਰਾ ਬਣ ਚੁੱਕਿਆ ਹੈ। ਇੱਕ ਜੰਗੀ ਨਾਰਾ ਬਣ ਚੁੱਕਿਆ ਹੈ ਇਹ। ਹਰ ਵਿਅਕਤੀ ਲੋਕਤੰਤਰ ਦਾ ਦੀਵਾਨਾ ਹੈ। ਹਰ ਵਿਅਕਤੀ ਲੋਕਤੰਤਰ ਦਾ ਦੀਵਾਨਾ ਕਿਉਂ ਹੈ, ਕਿਉਂਕਿ ਇੱਥੇ ਵਿਅਕਤੀਆਂ ਨੂੰ ਸੁਤੰਤਰਤਾ ਮਿਲਦੀ ਹੈ, ਜਿਉਣ ਦੀ, ਘੁੰਮਣ ਫਿਰਨ ਦੀ, ਬੋਲਣ ਦੀ, ਹਰ ਤਰ੍ਹਾਂ ਦੀ ਸੁਤੰਤਰਤਾ ਮਿਲਦੀ ਹੈ। ਕੋਈ ਪਾਬੰਦੀ ਨਹੀਂ ਹੁੰਦੀ। ਅਤੇ ਇੱਥੋਂ ਤੱਕ ਕਿ ਇਹਨਾਂ ਨੂੰ ਮਤ ਦੇਣ ਦਾ ਅਧਿਕਾਰ ਵੀ ਹੁੰਦਾ, ਆਪਣੀ ਸਰਕਾਰ ਚੁਣਨ ਦਾ ਅਧਿਕਾਰ ਵੀ ਹੁੰਦਾ। ਇਸ ਲਈ ਜੋ ਲੋਕ ਹੈ ਇਸ ਲੋਕਤੰਤਰ ਦੇ ਦੀਵਾਨੇ ਨੇ। ਜਦਕਿ ਹਰ ਇੱਕ ਵਿਅਕਤੀ ਨੇ ਇਸ ਦੀ ਵਿਆਖਿਆ ਆਪਣੇ ਆਪਣੇ ਢੰਗ ਨਾਲ ਕੀਤੀ ਹੈ। ਤਾਂ ਆਪਾਂ ਇਹਨਾਂ ਦੀ ਵਿਆਖਿਆ ਅਤੇ ਇਹਦੀਆਂ ਪਰਿਭਾਸ਼ਾਵਾਂ ਵੀ ਪੜ੍ਹਾਂਗੇ ਲੋਕਤੰਤਰ ਦੀਆਂ। ਅਤੇ ਹਰ ਵਿਅਕਤੀ ਨੇ ਆਪਣੇ ਆਪਣੇ ਢੰਗ ਨਾਲ ਇਸ ਦੀ ਵਿਆਖਿਆ ਕੀਤੀ ਹੈ ਅਤੇ ਇਸ ਦੀ ਪਰਿਭਾਸ਼ਾ ਆਪਣੀ ਸਮਝ ਦੇ ਅਨੁਸਾਰ ਦਿੱਤੀ ਹੈ। ਆਧੁਨਿਕ ਰੂਪ ਵਿੱਚ ਲੋਕਤੰਤਰੀ ਸੰਸਥਾਵਾਂ ਦਾ ਆਰੰਭ ਇੰਗਲੈਂਡ ਵਿੱਚ ਹੋਇਆ ਹੈ। ਲੋਕਤੰਤਰੀ ਸੰਸਥਾਵਾਂ ਦਾ ਜਿਹੜਾ ਆਰੰਭ ਹੈ ਉਹ ਕਿੱਥੇ ਹੋਇਆ, ਇੰਗਲੈਂਡ ਦੇ ਵਿੱਚ ਹੋਇਆ ਹੈ। ਅਤੇ ਉਸ ਤੋਂ ਪਿੱਛੋਂ ਅਮਰੀਕਾ, ਫਰਾਂਸ, ਸਵਿਟਜ਼ਰਲੈਂਡ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਵੀ ਇਹਨਾਂ ਦਾ ਪ੍ਰਸਾਰ ਹੋਇਆ।
ਤਾਂ ਲੋਕਤੰਤਰ ਸੰਸਥਾਵਾਂ ਦਾ ਜਿਹੜਾ ਆਰੰਭ ਕਿਸ ਦੇਸ਼ ਨੂੰ ਮੰਨਿਆ ਜਾਂਦਾ ਹੈ, ਤਾਂ ਇਹ ਆਪਣਾ ਹੈਗਾ ਬ੍ਰਿਟੇਨ ਜਾਂ ਇੰਗਲੈਂਡ ਨੂੰ। ਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਲੋਕਤੰਤਰ ਦਾ ਜਨਮ ਕਿੱਥੇ ਹੋਇਆ, ਤਾਂ ਬ੍ਰਿਟੇਨ ਇੰਗਲੈਂਡ ਤੋਂ ਸ਼ੁਰੂ ਹੋਇਆ। ਉਸ ਤੋਂ ਪਿੱਛੋਂ ਇਹ ਕਿੱਥੇ ਕਿੱਥੇ ਫੈਲਿਆ, ਅਮਰੀਕਾ, ਫਰਾਂਸ, ਸਵਿਟਜ਼ਰਲੈਂਡ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਦੇ ਵਿੱਚ ਇਸ ਦਾ ਪ੍ਰਸਾਰ ਹੋਇਆ। ਇਹਨਾਂ ਸਾਰੇ ਰਾਜਾਂ ਨੂੰ ਉਦਾਰਵਾਦੀ ਲੋਕਤੰਤਰ ਨੇ ਗੜ੍ਹ ਮੰਨਿਆ ਹੈ। ਇਹਨਾਂ ਸਾਰੇ ਰਾਜਾਂ ਨੂੰ ਉਦਾਰਵਾਦੀ ਲੋਕਤੰਤਰ ਦੇ ਗੜ੍ਹ ਮੰਨਿਆ ਗਿਆ ਕਿ ਇੱਥੋਂ ਹੀ ਲੋਕਤੰਤਰ ਦੀ ਸ਼ੁਰੂਆਤ ਹੋਈ ਹੈ। ਪਰੰਤੂ ਭੂਤਪੂਰਵ ਸੋਵੀਅਤ ਸੰਘ ਆਪਣਾ USSR, ਜਿਹਦੇ ਵਿੱਚ ਆਪਣਾ ਰਸ਼ੀਆ ਸ਼ਾਮਿਲ ਹੈ, ਇਹ ਰਸ਼ੀਅਨ ਜੋ ਸੰਘ ਹੈਗਾ USSR ਸੋਵੀਅਤ ਸੰਘ, ਚੀਨ ਅਤੇ ਦੂਜੇ ਸਾਮਵਾਦੀ ਦੇ ਰਾਜ, ਇਹਨਾਂ ਦੇਸ਼ਾਂ ਵਿੱਚ ਪਾਈ ਜਾਣ ਵਾਲੀ ਸ਼ਾਸਨ ਪ੍ਰਣਾਲੀ ਦਾ ਪੂੰਜੀਵਾਦੀ ਲੋਕਤੰਤਰ ਕਹਿ ਕੇ ਮਖੌਲ ਉਡਾਉਂਦੇ ਹਨ। ਪਰੰਤੂ ਭੂਤਪੂਰਵ ਸੋਵੀਅਤ ਸੰਘ, ਚੀਨ ਅਤੇ ਦੂਜੇ ਸਮਾਜਵਾਦੀ ਰਾਜ ਇਹਨਾਂ ਦੇਸ਼ਾਂ ਵਿੱਚ ਪਾਈ ਜਾਣ ਵਾਲੀ ਸ਼ਾਸਨ ਪ੍ਰਣਾਲੀ ਦਾ ਪੂੰਜੀਵਾਦੀ ਲੋਕਤੰਤਰ ਕਹਿ ਕੇ ਮਜ਼ਾਕ ਉਡਾਉਂਦੇ ਨੇ। ਉਹ ਜਿਹੜੇ USSR ਤੇ ਚੀਨ ਤੇ ਬਾਕੀ ਸਮਾਜਵਾਦੀ ਜੋ ਦੇਸ਼ ਨੇ, ਇਸ ਸ਼ਾਸਨ ਪ੍ਰਣਾਲੀ ਨੂੰ, ਇਸ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਪੂੰਜੀਵਾਦੀ ਲੋਕਤੰਤਰ ਕਹਿ ਕੇ ਇਸ ਦਾ ਮਜ਼ਾਕ ਉਡਾ ਦਿੰਦੇ ਨੇ, ਪਰ ਇਹ ਸੱਚ ਨਹੀਂ ਹੈ। ਬਲਕਿ ਇਹ ਲੋਕਤੰਤਰ ਲੋਕਾਂ ਨੂੰ ਧਾਰਮਿਕ, ਆਰਥਿਕ, ਰਾਜਨੀਤਿਕ ਹਰ ਪੱਖੋਂ ਨਿਆਂ ਦੇਣ ਅਤੇ ਹਰ ਤਰ੍ਹਾਂ ਦੀ ਸੁਤੰਤਰਤਾ ਦੇਣ ਦੇ ਲਈ ਲੋਕਤੰਤਰ ਘੜਿਆ ਗਿਆ ਹੈ। ਉਹ ਸਾਮਵਾਦੀ ਦੇਸ਼ਾਂ ਵਿੱਚ ਕਾਇਮ ਲੋਕਤੰਤਰ ਨੂੰ ਹੀ ਸੱਚਾ ਅਤੇ ਲੋਕਾਂ ਦਾ ਲੋਕਤੰਤਰ ਮੰਨਦੇ ਹਨ। ਉਹ ਸਾਮਵਾਦੀ ਦੇਸ਼ਾਂ ਦੇ ਵਿੱਚ ਕਾਇਮ ਲੋਕਤੰਤਰ ਨੂੰ ਹੀ ਸੱਚਾ ਤੇ ਲੋਕਤੰਤਰ ਦਾ ਹਿੱਸਾ ਮੰਨਦੇ ਹਨ। ਇਸ ਤਰ੍ਹਾਂ ਅੱਜ ਉਦਾਰਵਾਦੀ ਲੋਕਤੰਤਰ, ਸਮਾਜਵਾਦੀ ਲੋਕਤੰਤਰ, ਬਹੁਲਵਾਦੀ ਲੋਕਤੰਤਰ ਅਤੇ ਅਨੇਕਾਂ ਹੀ ਰੂਪਾਂ ਵਿੱਚ ਲੋਕਤੰਤਰ ਪ੍ਰਚਲਿਤ ਹੈ। ਤਾਂ ਇਹ ਲੋਕਤੰਤਰ ਦੇ ਰੂਪ ਨੇ ਕਿੰਨੇ ਤਰ੍ਹਾਂ ਦਾ ਹੈ, ਇੱਥੇ 3 ਰੂਪ ਦੱਸੇ ਹੋਏ ਨੇ। ਆਪਾਂ ਇਹਨਾਂ ਦੇ ਅੱਗੇ ਰੂਪ ਬਾਰੇ ਵੀ ਪੜਾਂਗੇ। ਤਾਂ ਉਦਾਰਵਾਦੀ ਲੋਕਤੰਤਰ ਆਇਆ ਆਪਣੇ ਕੋਲ ਲਿਬਰਲ ਡੈਮੋਕ੍ਰੇਸੀ, ਸਮਾਜਵਾਦੀ ਲੋਕਤੰਤਰ ਆਇਆ ਆਪਣੇ ਕੋਲ ਸੋਸ਼ਲਿਸਟ ਡੈਮੋਕ੍ਰੇਸੀ, ਬਹੁਲਵਾਦੀ ਲੋਕਤੰਤਰ ਆਇਆ ਆਪਣੇ ਕੋਲ ਪਲੂਰਲਿਸਟਿਕ ਡੈਮੋਕ੍ਰੇਸੀ। ਆਦਿ ਅਨੇਕਾਂ ਰੂਪਾਂ ਵਿੱਚ ਲੋਕਤੰਤਰ ਪ੍ਰਚਲਿਤ ਹੈ। ਇਸ ਅਧਿਆਇ ਵਿੱਚ ਅਸੀਂ ਲੋਕਤੰਤਰ ਦੇ ਅਰਥ, ਵਿਸ਼ੇਸ਼ਤਾਵਾਂ ਅਤੇ ਇਸ ਦੀਆਂ ਕਿਸਮਾਂ ਦੇ ਅਧਿਐਨ ਬਾਰੇ ਪੜਾਂਗੇ, ਇਹਨਾਂ ਦਾ ਅਧਿਐਨ ਕਰਾਂਗੇ। ਤਾਂ ਚੱਲਦੇ ਹਾਂ ਕਿ ਉਦਾਰਵਾਦੀ ਲੋਕਤੰਤਰ ਇਹ ਜੋ ਹੈ ਆਪਣੇ ਭਾਰਤ ਵਿੱਚ ਵੇਖਿਆ ਜਾ ਸਕਦਾ ਹੈ। ਸਮਾਜਵਾਦੀ ਨਹੀਂ ਹੈ, ਬਹੁਲਵਾਦੀ ਲੋਕਤੰਤਰ ਆਦਿ ਅਨੇਕਾਂ ਹੀ ਰੂਪਾਂ ਵਿੱਚ ਲੋਕਤੰਤਰ ਪ੍ਰਚਲਿਤ ਹੈ। ਇਸ ਅਧਿਆਇ ਦੇ ਵਿੱਚ ਆਪਾਂ ਇਸੇ ਹੀ ਲੋਕਤੰਤਰ ਦੀਆਂ ਕਿਸਮਾਂ, ਉਤਪੱਤੀ ਅਤੇ ਸ਼ਬਦ ਦੀ ਉਤਪੱਤੀ, ਪਹਿਲਾਂ ਤਾਂ ਕਿੱਥੋਂ ਹੋਈ, ਕਿਵੇਂ ਬਣਿਆ ਲੋਕਤੰਤਰ ਸ਼ਬਦ, ਫਿਰ ਇਸ ਦੀਆਂ ਪਰਿਭਾਸ਼ਾਵਾਂ, ਇਹਨਾਂ ਸਾਰਿਆਂ ਬਾਰੇ ਆਪਾਂ ਪੜਾਂਗੇ। ਚਲੋ ਫਰੈਂਡ, ਸ਼ੁਰੂ ਕਰਦੇ ਹਾਂ ਆਪਣਾ ਲੋਕਤੰਤਰ ਸ਼ਬਦ ਦੀ ਉਤਪੱਤੀ। ਲੋਕਤੰਤਰ ਸ਼ਬਦ ਦੀ ਉਤਪੱਤੀ ਕਿੱਥੋਂ ਹੋਈ ਹੈ, ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ। ਲੋਕਤੰਤਰ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਡੈਮੋਕ੍ਰੇਸੀ ਆਖਿਆ ਜਾਂਦਾ ਹੈ, ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਡੈਮੋਕ੍ਰੇਸੀ ਆਖਦੇ ਹਨ। ਕਿਹੜੀ ਭਾਸ਼ਾ ਤੋਂ ਬਣਿਆ ਹੈ? ਇਹ ਯੂਨਾਨੀ ਭਾਸ਼ਾ ਤੋਂ ਵਿੱਚੋਂ ਬਣਿਆ ਹੋਇਆ ਹੈ। ਯੂਨਾਨੀ ਭਾਸ਼ਾ ਦੇ 2 ਸ਼ਬਦਾਂ ਡੈਮੋਸ ਅਤੇ ਕ੍ਰੇਟੋਸ ਤੋਂ ਮਿਲ ਕੇ ਬਣਿਆ ਹੈ। ਡੈਮੋਸ ਦਾ ਅਰਥ ਹੈ ਲੋਕ, ਕ੍ਰੇਟੋਸ ਦਾ ਅਰਥ ਹੈ ਸ਼ਕਤੀ। ਡੈਮੋਕ੍ਰੇਸੀ ਸ਼ਬਦ ਦਾ ਅਰਥ ਹੈ ਲੋਕ ਸ਼ਕਤੀ। ਡੈਮੋਕ੍ਰੇਸੀ ਦਾ ਅਰਥ ਕੀ ਹੈ? ਇਹਦਾ ਅਰਥ ਹੈ ਲੋਕ ਸ਼ਕਤੀ, ਜਾਂ ਅਜਿਹੀ ਸ਼ਾਸਨ ਪ੍ਰਣਾਲੀ ਜਿਸ ਵਿੱਚ ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ। ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਤਾਂ ਪੁੱਛ ਲਿਆ ਜਾਂਦਾ ਹੈ ਕਿ ਲੋਕਤੰਤਰ ਦੇ ਵਿੱਚ ਸ਼ਾਸਨ ਕਰਨ ਦੀ ਸ਼ਕਤੀ ਕਿਹਨਾਂ ਕੋਲ ਹੁੰਦੀ ਹੈ? ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਸ਼ਕਤੀ ਕਿਹਨਾਂ ਦੇ ਹੱਥਾਂ ਵਿੱਚ ਹੁੰਦੀ ਹੈ? ਆਪਸ਼ਨ ਦੇ ਦੇਗਾ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰ, ਜਾਂ ਚੌਥੀ ਆਪਸ਼ਨ ਦੇ ਦੇਗਾ ਲੋਕਾਂ ਕੋਲ। ਤਾਂ ਆਪਣਾ ਸਹੀ ਆਪਸ਼ਨ ਹੋਏਗਾ, ਸ਼ਾਸਨ ਕਰਨ ਦੀ ਸਹੀ ਸ਼ਕਤੀ ਆਪਣੀ ਹੀ ਹੁੰਦੀ ਹੈ ਲੋਕਾਂ ਕੋਲ। ਤਾਂ ਅੱਗੇ ਵੇਖਦੇ ਹਾਂ ਲੋਕਤੰਤਰ ਬਾਦਸ਼ਾਹਾਂ ਦੇ ਦੇਵੀ ਅਧਿਕਾਰਾਂ,
ਲੋਕਤੰਤਰ ਜੋ ਹੈ ਬਾਦਸ਼ਾਹਾਂ ਦੇ ਜੋ ਰਾਜੇ ਹੁੰਦੇ ਆ ਉਹਨਾਂ ਦੇ ਦੇਵੀ ਅਧਿਕਾਰਾਂ, ਰਾਜ ਦੀ ਨਿਰੰਕੁਸ਼ਤਾ ਅਤੇ ਸਰਵਸੱਤਾਵਾਦ ਦੇ ਵਿਰੁੱਧ ਪ੍ਰਕਿਰਿਆ ਹੈ। ਮਤਲਬ ਰਾਜ ਜੇਕਰ ਨਿਰੰਕੁਸ਼ ਹੁੰਦਾ ਹੈ, ਲੋਕਾਂ ਦੇ ਉੱਤੇ ਆਪਣੀ ਮਨਮਰਜ਼ੀ ਨਾਲ ਕੋਈ ਵੀ ਕਾਨੂੰਨ ਪਾਸ ਕਰਕੇ ਲਾਗੂ ਕਰਦਾ ਹੈ, ਧੱਕਾਸ਼ਾਹੀ ਕਰਦਾ ਹੈ, ਤਾਂ ਉਹਦੇ ਉੱਤੇ ਲਗਾਮ ਕੱਸਦੀ ਹੈ ਲੋਕਤੰਤਰ। ਸਰਵਸੱਤਾਵਾਦ ਵੀ ਇੱਕ ਹੀ ਵਿਅਕਤੀ ਦੇ ਹੱਥ ਵਿੱਚ ਸਾਰੀ ਸੱਤਾ ਹੋ ਜੇ, ਉਹਦੇ ਉੱਤੇ ਵਿਰੁੱਧ ਕਾਨੂੰਨ ਜੋ ਬਣਾਉਂਦੀ ਹੈ ਲੋਕਤੰਤਰ ਬਣਾਉਂਦਾ, ਉਹਦੇ 'ਤੇ ਸਕੰਜਾ ਕੱਸਦਾ ਹੈ ਲੋਕਤੰਤਰ। ਇਹਦੇ ਵਿੱਚ ਰੂਸੋ ਨੇ ਕੀ ਕਿਹਾ ਹੈ, ਤਾਂ ਲੋਕਤੰਤਰ ਦੀ ਪਰਿਭਾਸ਼ਾ ਦੇਣ ਦੇ ਪਿੱਛੇ ਇਹ ਸਾਰੇ ਜੋ ਰਾਈਟਰ ਅੱਗੇ ਨਾਂ ਦਿੱਤੇ ਹੋਏ ਆ, ਰੂਸੋ, ਜੌਨ ਲੌਕ, ਮੌਂਟੈਸਕਿਊ, ਜੇ.ਐਸ. ਮਿਲ, ਟੀ.ਐਚ. ਗ੍ਰੀਨ, ਬੈਂਥਮ ਅਤੇ 20ਵੀਂ ਸਦੀ ਦੇ ਪ੍ਰਸਿੱਧ ਵਿਦਵਾਨ ਜਿਵੇਂ ਲਿੰਡਸੇ, ਹੌਬਹਾਊਸ, ਬਾਰਕਰ, ਲੌਸਕੀ, ਮਕਾਈਵਰ, ਵਿਲਫਰਡ ਪ੍ਰੇਟੋ, ਜੀ ਮੋਸਕਾ, ਰਾਬਰਟ ਮਿਚਲ ਆਦਿ ਇਸ ਸ਼ਾਸਨ ਪ੍ਰਣਾਲੀ ਦੇ ਪ੍ਰਮੁੱਖ ਸਮਰਥਕ ਹਨ। ਭਾਵ ਲੋਕਤੰਤਰ ਦੇ ਸਮਰਥਕ ਨੇ ਇਹ ਜਿੰਨੇ ਵੀ ਨਾਂ ਆਏ ਨੇ, ਅਤੇ ਇਹਨਾਂ ਦੀਆਂ ਪਰਿਭਾਸ਼ਾਵਾਂ ਅੱਗੇ ਜਾ ਕੇ ਆਪਾਂ ਪੜ੍ਹਾਂਗੇ, ਅਤੇ ਪੇਪਰ ਦੇ ਵਿੱਚ ਇਹਨਾਂ ਦੀ ਸਿੱਧੀ ਪਰਿਭਾਸ਼ਾ ਕੁਐਸਚਨ ਦੇ ਵਿੱਚ ਦੇ ਕੇ ਪੁੱਛੀ ਜਾ ਸਕਦੀ ਹੈ ਕਿ ਇਹ ਪਰਿਭਾਸ਼ਾ ਕਿਸ ਦੀ ਦਿੱਤੀ ਹੋਈ ਹੈ। ਤਾਂ ਆਪਾਂ ਨੂੰ ਇਹਨਾਂ ਦੇ ਨਾਂ ਯਾਦ ਹੋਣੇ ਚਾਹੀਦੇ ਆ, ਪਤਾ ਹੋਣਾ ਚਾਹੀਦਾ ਹੈ ਕਿਹੜੀ ਪਰਿਭਾਸ਼ਾ ਕਿਹਦੀ ਹੈ। ਅਕਸਰ ਇੱਕ ਪਰਿਭਾਸ਼ਾ ਪੁੱਛੀ ਜਾਂਦੀ ਹੈ ਲੋਕਾਂ ਦੀ, ਲੋਕਾਂ ਵੱਲੋਂ ਲੋਕਾਂ ਦੇ ਲਈ ਚੁਣੀ ਗਈ ਸਰਕਾਰ ਵਾਲੀ ਪਰਿਭਾਸ਼ਾ, ਇਹ ਇਬਰਾਹਿਮ ਲਿੰਕਨ ਦੀ ਕਹੀ ਹੋਈ ਹੈ, ਅਤੇ ਬਹੁਤ ਵਾਰ ਪੇਪਰ ਦੇ ਵਿੱਚ ਇਹ ਪੁੱਛੀ ਜਾ ਚੁੱਕੀ ਹੈ। ਇਹ ਲੋਕਤੰਤਰ ਦਾ ਅਰਥ ਸਪਸ਼ਟ ਕਰਦੀ ਹੋਈ ਪਰਿਭਾਸ਼ਾ ਹੈ, ਅਤੇ ਇਹਨਾਂ ਨੇ ਲੋਕਤੰਤਰ ਦੇ ਵੱਖ-ਵੱਖ ਰੂਪਾਂ ਦੇ ਪ੍ਰਤੀਪਾਦਨ ਕੀਤਾ ਹੈ। ਇਹ ਜੋ ਆਪਣੇ ਵਿਦਵਾਨ ਹੋਏ ਨੇ, ਇਹਨਾਂ ਨੇ ਲੋਕਤੰਤਰ ਦੇ ਵੱਖ-ਵੱਖ ਰੂਪਾਂ ਦਾ ਜੋ ਹੈ ਵਰਣਨ ਕੀਤਾ, ਇਹਨਾਂ ਦੀ ਵਿਆਖਿਆ ਕੀਤੀ ਹੈ। ਤਾਂ ਅੱਗੇ ਆਪਾਂ ਚਲੋ, ਹੁਣ ਆਪਾਂ ਨੂੰ ਪਤਾ ਚੱਲ ਗਿਆ ਕਿ ਲੋਕਤੰਤਰ ਸ਼ਬਦ ਦੀ ਉਤਪੱਤੀ ਕਿੱਥੋਂ ਹੋਈ ਹੈ। ਇਹ ਯੂਨਾਨੀ ਭਾਸ਼ਾ ਤੋਂ ਬਣਿਆ। ਲੋਕਤੰਤਰ ਕਿਹੜੀ ਭਾਸ਼ਾ ਤੋਂ ਬਣਿਆ? ਯੂਨਾਨੀ ਭਾਸ਼ਾ ਤੋਂ ਬਣਿਆ। ਯੂਨਾਨੀ ਭਾਸ਼ਾ ਦੇ ਵਿੱਚੋਂ ਨਿਕਲ ਕੇ ਆਇਆ ਇਹ ਡੈਮੋਸ ਅਤੇ ਕ੍ਰੇਟਸ। ਡੈਮੋਸ ਅਤੇ ਕ੍ਰੇਟੋਸ ਦੋ ਵਰਡਾਂ ਤੋਂ ਬਣਿਆ। ਡੈਮੋਸ ਦਾ ਅਰਥ ਹੈ ਲੋਕ ਅਤੇ ਕ੍ਰੇਟੋਸ ਦਾ ਅਰਥ ਹੈ ਸ਼ਕਤੀ, ਭਾਵ ਲੋਕ ਸ਼ਕਤੀ, ਅਜਿਹਾ ਸ਼ਾਸਨ ਜਿਹਦੇ ਵਿੱਚ ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਇਸ ਨੂੰ ਆਪਾਂ ਲੋਕਤੰਤਰ ਕਹਿੰਦੇ ਹਾਂ। ਤਾਂ ਅੱਗੇ ਆਪਾਂ ਇਸ ਦੀਆਂ ਪਰਿਭਾਸ਼ਾਵਾਂ ਦੇ ਬਾਰੇ ਪੜ੍ਹਾਂਗੇ।